ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ। ਤੁਸੀਂ ਵੇਖ ਰਹੇ ਹੋ ਦ ਬੈਨੀਪਾਲ ਸ਼ੋ। ਇੱਕ ਵਾਰੀ ਫਿਰ ਤੋਂ ਤਹਿ ਦਿਲੋਂ ਸਵਾਗਤ ਕਰਦੀ ਹਾਂ ਜੀ ਤੁਹਾਡਾ ਇਸ ਸ਼ੋ ਦੇ ਵਿੱਚ। ਬਸ 1-2 ਦਿਨ ਰਹਿ ਗਏ ਤੇ ਉਸ ਤੋਂ ਬਾਅਦ ਬੈਨੀਪਾਲ ਸਾਹਿਬ ਆਪਣਾ ਸ਼ੋ ਖੁਦ ਆ ਕੇ ਸਾਂਭਣਗੇ ਤੇ ਫਲਾਈਟ ਉਹਨਾਂ ਦੀ ਹੈਗੀ ਆ, ਛੇਤੀ ਤੋਂ ਛੇਤੀ ਤੁਹਾਡੇ ਤੱਕ ਪਹੁੰਚ ਜਾਣਗੇ ਤੇ ਫਿਰ ਉਹੀ ਸਟੂਡੀਓ ਹੋਏਗਾ ਜਿੱਥੇ ਕੋਈ ਰੌਲਾ ਰੱਪਾ ਨਹੀਂ ਹੋਏਗਾ, ਕਿਉਂਕਿ ਮੈਂ ਬਥੇਰੀਆਂ ਲੋਕੇਸ਼ਨਸ ਜਿਹੜੀਆਂ ਉਹ ਇੱਥੇ ਚੇਂਜ ਕਰ ਦਿੱਤੀਆਂ ਨੇ। ਕਦੀ ਮੈਂ ਬਾਹਰ ਹੁੰਨੀ ਆ, ਕਦੀ ਮੈਂ ਕਿਤੇ ਹੁੰਨੀ ਆ, ਕਿਤੇ ਹੋਰ ਹੁੰਨੀ ਆ, ਪਰ ਇਹ ਕੋਸ਼ਿਸ਼ ਕੀਤੀ ਆ ਕਿ ਸ਼ੋ ਇਸ ਦੌਰਾਨ ਕਦੀ ਮਿਸ ਨਾ ਹੋਵੇ। ਲੋਕੇਸ਼ਨ ਜਿਹੜੀ ਮਰਜ਼ੀ ਹੋਵੇ ਪਰ ਖਬਰਾਂ ਦੀ ਤਸਵੀਰ ਜਿਹੜੀ ਹੈ ਉਹੀ ਹੋਵੇ, ਉਹ ਮਿਸਿੰਗ ਨਾ ਹੋਵੇ। ਸੋ ਅਜਿਹੇ ਵਿੱਚ ਹਮੇਸ਼ਾ ਕੋਸ਼ਿਸ਼ ਇਹੀ ਕਿ ਅਸੀਂ ਹਰ ਲਿਹਾਜ਼ ਨਾਲ ਤੁਹਾਡੇ ਤੱਕ ਸ਼ੋ ਪਹੁੰਚਾਉਂਦੇ ਰਹੀਏ, ਇਸ ਦੇ ਵਿੱਚ ਬ੍ਰੇਕ ਨਾ ਲੱਗੇ। ਸੋ ਬੈਨੀਪਾਲ ਸਾਹਿਬ ਬ੍ਰੇਕ ਪੈਣ ਵੀ ਨਹੀਂ ਦਿੰਦੇ ਹੈਗੇ, ਲੱਗਣ ਵੀ ਨਹੀਂ ਦਿੰਦੇ ਹੈਗੇ। ਜੇ ਮੈਂ ਕਿਤੇ ਅਵੇਲੇਬਲ ਨਹੀਂ ਰਹੀ ਤੇ ਉਹਨਾਂ ਨੇ ਸ਼ੋ ਕੀਤਾ ਤੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਭਾਰਤ ਹੋਣਾ ਹੈਗਾ, ਇੰਡੀਆ ਹੋਣਾ, ਤੇ ਉਹ ਸ਼ੋ ਨਹੀਂ ਕਰ ਸਕਣਗੇ, ਤਾਂ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਗਾਈ। ਕਿਉਂਕਿ ਲੋਕ ਜਿਹੜੇ ਨੇ, ਬਹੁਤ ਸਾਰੇ ਲੋਕ, ਉਹਨਾਂ ਨਾਲ ਬੈਨੀਪਾਲ ਸਾਹਿਬ ਨਾਲ ਉਹਨਾਂ ਦਾ ਸੈਂਟੀਮੈਂਟ ਜਿਹੜਾ ਹੈ ਉਹ ਅਟੈਚ ਹੈਗਾ। ਮੇਰੇ ਨਾਲ ਅਜੇ ਨਹੀਂ, ਤੇ ਮੇਰੇ ਨਾਲ ਜਿੰਨੀ ਦੇਰ ਤੱਕ ਸੈਂਟੀਮੈਂਟ ਅਟੈਚ ਹੋਣਾ ਸੀ ਉਨੀ ਦੇਰ ਤੱਕ ਤੇ ਹੁਣ ਉਹਨਾਂ ਨੇ ਵਾਪਸ ਆਈ ਜਾਣਾ ਹੈਗਾ। ਪਰ ਚੰਗੀ ਗੱਲ ਆ, ਕਿਉਂਕਿ ਇਹ ਸ਼ੋ ਜਿਹੜਾ ਆ, ਇਹ ਸ਼ੋ ਦੀ ਜਿਹੜੀ ਰਮਜ਼ ਹੈਗੀ ਆ ਬਹੁਤ ਸੋਹਣੀ ਤਰ੍ਹਾਂ ਸਮਝਦੇ ਆ, ਤੇ ਜਦੋਂ ਉਹ ਵਾਪਸ ਆਉਣਗੇ ਤੇ ਫਿਰ ਉਹੀ ਖਬਰਾਂ ਦੀ ਰਫ਼ਤਾਰ ਜਿਹੜੀ ਉਹ ਜਾਰੀ ਰਹੇਗੀ। ਬਾਕੀ ਜਿਹੜੀ ਮੇਰੀ ਡਿਊਟੀ ਰਹੀ ਆ ਉਹ ਮੈਂ ਪੂਰੀ ਕਰ ਰਹੀ ਹਾਂ। ਅੱਜ ਦਾ ਦਿਨ ਵੀ ਜਿਹੜਾ ਹੈ ਉਹ ਕਾਫੀ ਭਾਰੀ ਭਰਕਮ ਰਿਹਾ ਹੈਗਾ ਖਬਰਾਂ ਨੂੰ ਲੈ ਕੇ। ਕੁਝ ਇੱਕ ਜਦੋਂ ਜ਼ਿਆਦਾ ਠੰਡ ਹੁੰਦੀ ਆ ਤੇ ਖਬਰਾਂ ਦੀ ਗਰਮਜੋਸ਼ੀ ਬਹੁਤੀ ਨਹੀਂ ਹੁੰਦੀ, ਪਰ ਫਿਰ ਵੀ ਨਾ ਕਰਦਿਆਂ ਵੀ ਖਬਰਾਂ ਜਿਹੜੀਆਂ ਉਹ ਬਥੇਰੀਆਂ ਹੋ ਜਾਂਦੀਆਂ। ਸੋ ਅੱਜ ਦੀ ਜਿਹੜੀ ਪਹਿਲੀ ਖਬਰ ਅਸੀਂ ਲਵਾਂਗੇ, ਹੈਡਲਾਈਨ ਦੇ ਤੌਰ ਤੇ ਤੁਹਾਨੂੰ ਮੈਂ ਕੁਝ ਇੱਕ ਹਾਈਲਾਈਟਸ ਦੱਸਦੀ ਆ ਤੇ ਜਿਸ ਦੇ ਵਿੱਚ ਕੁਝ ਖਾਸ ਗੱਲਾਂ ਹੁੰਦੀਆਂ ਨੇ। ਤੇ ਸਭ ਤੋਂ ਪਹਿਲੀ ਹਾਈਲਾਈਟ ਭਾਰਤ ਜੋੜੋ ਯਾਤਰਾ ਦੇ ਨਾਲ ਹੀ, ਕਿਉਂਕਿ ਉਹੀ ਲਾਈਮਲਾਈਟ ਦੇ ਵਿੱਚ ਹੈ, ਉਹੀ ਵੱਡੀ ਗੱਲ ਹੈਗੀ ਆ। ਸੋ ਭਾਰਤ ਜੋੜੋ ਯਾਤਰਾ ਦੇ ਨਾਂ ਤੇ ਹੀ ਅਸੀਂ ਉਹ ਗੱਲ ਕਰਾਂਗੇ, ਕਿਉਂਕਿ ਭਾਰਤ ਜੋੜੋ ਯਾਤਰਾ ਦੇ ਵਿੱਚ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਵੜਿੰਗ ਨੂੰ, ਰਾਜਾ ਵੜਿੰਗ ਨੂੰ, ਪ੍ਰਧਾਨ ਨੂੰ ਧੱਕੇ ਮਾਰੇ ਗਏ ਨੇ। ਇਸ ਤੇ ਅਸੀਂ ਚਰਚਾ ਕਰਨੀ ਹੈਗੀ ਹੈ। ਇਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਵੀ ਇੱਕ ਵਿਵਾਦ ਛੜਿਆ ਹੈਗਾ, ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਗੱਲ, ਇਹ ਵੀ ਅਸੀਂ ਲੈਣੀ ਹੈਗੀ ਆ, ਇਸ ਤੇ ਵੀ ਅਸੀਂ ਗੱਲ ਕਰਾਂਗੇ ਜੀ। ਤੇ ਦੂਜੀ ਜਿਹੜੀ ਵੱਡੀ ਖਬਰ ਹੋਏਗੀ ਉਹ ਹੈਗੀ ਆ ਕਿ ਚੰਡੀਗੜ੍ਹ ਦੇ ਪੁਲਿਸ ਇੰਸਪੈਕਟਰ ਤੇ ਗੈਂਗਸਟਰਾਂ ਨੇ ਫਾਇਰਿੰਗ ਕੀਤੀ ਆ ਜੀ। ਇਹ ਮੰਦਭਾਗੀ ਖਬਰ ਹੈ, ਇਸ ਬਾਬਤ ਵੀ ਅਸੀਂ ਗੱਲ ਕਰਨੀ ਹੈਗੀ ਆ। ਫਿਰ ਸਿੱਖ ਫੌਜੀਆਂ ਲਈ ਕੇਂਦਰ ਸਰਕਾਰ ਨੇ ਹੈਲਮਟਸ ਦਾ, ਸਪੈਸ਼ਲ ਹੈਲਮਟਸ ਦਾ, ਜਿਹੜੇ ਸਿੱਖ ਹੈਲਮਟਸ ਹੁੰਦੇ ਨੇ ਉਹਨਾਂ ਦਾ ਆਰਡਰ ਕੀਤਾ ਹੈਗਾ, ਪਰ ਇਹ ਗੱਲ ਜਿਹੜੀ ਹੈ ਇਹ ਪਸੰਦ ਨਹੀਂ ਕੀਤੀ ਜਾ ਰਹੀ ਸਿੱਖ ਜਥੇਬੰਦੀਆਂ ਵੱਲੋਂ। ਇਸ ਤੇ ਗੱਲ ਕਰਨੀ ਹੈ ਕੀ ਸਹੀ ਕੀ ਗਲਤ, ਇਹ ਤਾਂ ਹਰ ਕਿਸੇ ਦੀ ਆਪਣੀ ਆਪਣੀ ਧਾਰਨਾ ਹੈਗੀ ਆ, ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਸੋਚਦਾ ਆ, ਪਰ ਮੈਂ ਖਬਰ ਜ਼ਰੂਰ ਦੱਸੂਗੀ ਕਿ ਖਬਰ ਵਿਰੋਧ ਜਿਹੜਾ ਹੈ ਉਹ ਕਿਸ ਚੀਜ਼ ਤੇ ਹੋ ਰਿਹਾ ਹੈਗਾ ਜੀ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ, ਕਿਉਂਕਿ ਕ੍ਰਾਈਮ ਦੀ ਗੱਲ ਜਿਸ ਦਿਨ ਨਹੀਂ ਹੁੰਦੀ ਉਸ ਦਿਨ ਏਦਾਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਸੁਖਾਲਾ ਹੋ ਗਿਆ, ਪਰ ਕੋਈ ਅਜਿਹਾ ਦਿਨ ਲੰਘਿਆ ਹੀ ਨਹੀਂ ਜਿਸ ਦਿਨ ਕ੍ਰਾਈਮ ਦੀ ਗੱਲ ਨਾ ਕੀਤੀ ਹੋਵੇ। ਸੋ ਪਤੀ ਨੂੰ ਦਾਰੂ ਪਿਆ ਕੇ ਘਰਵਾਲੀ ਨੇ ਕਾਂਡ ਕੀਤਾ ਹੈ ਜੀ। ਉਹ ਕੀ ਕਾਂਡ ਕੀਤਾ ਹੈ, ਕਿਵੇਂ ਕੀਤਾ ਹੈ ਤੇ ਕਿਸ ਤਰ੍ਹਾਂ ਨਾਲ ਤੇ ਕਿਉਂ ਕੀਤਾ ਹੈ, ਇਸ ਸਾਰੀ ਚੀਜ਼ ਤੇ ਨਜ਼ਰ ਬਣੀ ਰਹੇਗੀ। ਫਿਰ ਇੱਕ ਬਹੁਤ ਵੱਡੀ ਖਬਰ ਹੈ, ਬਹੁਤ ਵੱਡੀ ਖਬਰ ਹੈ ਜਿਸ ਦੇ ਵਿੱਚ ਦੋਵੇਂ ਮੁਲਕ ਇਨਵੋਲਵ ਹੈਗੇ ਆ, ਜਿਸ ਦੇ ਵਿੱਚ ਇੰਡੀਆ ਵੀ ਇਨਵੋਲਵ ਹੈਗਾ, ਜਿਸ ਦੇ ਵਿੱਚ ਪਾਕਿਸਤਾਨ ਵੀ ਇਨਵੋਲਵ ਹੈਗਾ। ਇਹ ਦੋ ਮੁਲਕ ਇਨਵੋਲਵ ਹੈਗੇ ਆ ਤੇ ਇੱਥੋਂ ਦੀ ਪ੍ਰੋਫੈਸਰ ਨੂੰ ਉੱਥੋਂ ਦੀ ਅੰਬੈਸੀ ਵਾਲਿਆਂ ਨੇ ਕੁਝ ਅਜਿਹੀਆਂ ਘਟੀਆਂ ਗੱਲਾਂ ਕਹੀਆਂ ਨੇ। ਉਸ ਨੂੰ ਕੀ ਕਰਨ ਲਈ ਕਿਹਾ ਵੀਜ਼ਾ ਲਵਾਉਣ ਪਿੱਛੇ, ਇਸ ਤੇ ਜ਼ਿਕਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਹਾਲਾਂਕਿ ਇਹ ਇੱਕ ਪਰਸਨਲ ਸਟੋਰੀ, ਇੱਕ ਨਿੱਜੀ ਲੀਡਿੰਗ ਨਿਊਜ਼ਪੇਪਰ ਦੀ, ਪਰ ਉਸ ਤੇ ਜ਼ਿਕਰ ਕਰਨਾ ਸਾਡਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਪੰਜਾਬ ਦੀ ਲਾਜ ਰੱਖੀ ਆ ਜੀ ਇੱਕ ਗਰੀਬ ਨੇ। ਪੰਜਾਬ ਤੇ ਲਾਂਛਣ ਲੱਗੇ ਸੀ, ਪੰਜਾਬ ਤੇ ਇਲਜ਼ਾਮ ਲੱਗੇ ਸੀ ਕਿ ਪੰਜਾਬੀ ਚੰਗੇ ਨਹੀਂ ਹੁੰਦੇ। ਜਦੋਂ ਸੇਬਾਂ ਵਾਲੀ ਹਰਕਤ ਹੋਈ ਸੀ, ਜਦੋਂ ਲੋਕਾਂ ਨੇ ਸੇਬ ਜਿਹੜੇ ਨੇ ਉਹ ਪਾਲੇ ਸੀ, ਆਪਣੇ ਸੇਬਾਂ ਦੀਆਂ ਪੇਟੀਆਂ ਲੈ ਕੇ ਚਲੇ ਗਏ ਸੀ, ਤੇ ਜਿਹੜਾ ਡਰਾਈਵਰ ਡਿੱਗਿਆ ਰਹਿ ਗਿਆ ਸੀ, ਜਿਹੜਾ ਐਕਸੀਡੈਂਟ ਸੀ, ਉਹਨੂੰ ਨਹੀਂ ਸੀ ਉਹਨਾਂ ਨੇ ਵਿਚਾਰਿਆ, ਤੇ ਵਿਚਾਰੇ ਸੀ ਤੇ ਸੇਬ ਵਿਚਾਰੇ ਸੀ। ਸੋ ਉਸ ਤੋਂ ਬਾਅਦ ਜਿਹੜੀ ਫਜ਼ੀਹਤ ਹੋਈ, ਅੱਜ ਉਹ ਫਜ਼ੀਹਤ ਨੂੰ ਅੱਜ ਇੱਕ ਬੰਦੇ ਨੇ, ਅੱਜ ਗਰੀਬ ਬੰਦੇ ਨੇ ਲਾਜ ਬਚਾਈ ਹੈ ਪੰਜਾਬ ਦੀ। ਸੋ ਜਾਣੋ ਕਿ ਪੰਜਾਬ ਤੇ ਪੰਜਾਬੀ ਜਿਹੜੇ ਨੇ ਉਹ ਕਿੱਦਾਂ ਦੇ ਹੁੰਦੇ ਨੇ। ਅੱਜ ਇਸ ਖਬਰ ਰਾਹੀਂ ਸਾਨੂੰ ਪਤਾ ਲੱਗੇਗਾ। ਜਾਂਦੇ ਜਾਂਦਿਆਂ ਇਸ ਖਬਰ ਬਾਰੇ ਅਸੀਂ ਡਿਸਕਸ ਕਰਾਂਗੇ। ਸੋ ਅੱਜ ਦੀਆਂ ਇਹ ਹਾਈਲਾਈਟਸ ਰਹੀਆਂ ਜੀ। ਕੁਝ ਹੋਰ ਖਬਰਾਂ ਵੀ ਹੋ ਸਕਦੀਆਂ ਜਿਨ੍ਹਾਂ ਤੇ ਗੱਲਬਾਤ ਹੋ ਸਕਦੀ ਹੈ ਜੇ ਵਕਤ ਬਚਿਆ, ਨਹੀਂ ਤੇ ਇਹਨਾਂ ਤੇ ਫੋਕਸਡ ਕਰਦਿਆਂ ਹੋਇਆਂ ਅਸੀਂ ਅੱਜ ਦਾ ਸ਼ੋਅ ਸ਼ੁਰੂ ਕਰ ਰਹੇ ਹਾਂ। ਹੁਣ ਗੱਲ ਇਸ ਤਰ੍ਹਾਂ ਆ ਕਿ ਜੋ ਭਾਰਤ ਜੋੜੋ ਯਾਤਰਾ 'ਚ ਹੋਇਆ, ਕਿੱਥੇ ਗਏ, ਕੀ ਕੁਝ ਹੋਇਆ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਣੀਆਂ ਹੀ ਹੈਗੀਆਂ। ਪਰ ਇਸ ਦਰਮਿਆਨ ਜਿਹੜੀ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ, ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਰਾਜਾ ਵੜਿੰਗ ਆਪਣੇ ਇੱਕ ਦੋਸਤ ਨੂੰ ਮਿਲਵਾਉਣ ਦੇ ਲਈ ਰਾਹੁਲ ਗਾਂਧੀ ਕੋਲ ਲੈ ਕੇ ਜਾਂਦੇ, ਜਦੋਂ ਯਾਤਰਾ ਚੱਲ ਰਹੀ ਹੈ, ਜਦੋਂ
बड़ी तेज तेज तुरते ने राहुल गांधी, साह चढ़ाए हुए ने उन्होंने सारे कांग्रेसियां नूं, बड़ी तेज तेज तुरते ने राहुल गांधी ते राजा वड़िंग अपने दोस्त नूं मिलवाउण लई लैके आ रहे ने ते इस दरमियान ਹੁੰਦਾ ਕੀ ਆ ਕਿ ਨਾਲੋਂ ਨਾਲ ਸਿਕਿਉਰਿਟੀ ਵਾਲੇ ਆਉਂਦੇ ਆ ਤੇ ਰਾਜਾ ਵੜਿੰਗ ਨੂੰ ਧੱਕੇ ਮਾਰਨਾ ਸ਼ੁਰੂ ਕਰ ਦਿੰਦੇ, ਉਹਨਾਂ ਨੂੰ ਪਛਾਣ ਕਰਨਾ ਸ਼ੁਰੂ ਕਰ ਦਿੰਦੇ ਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇਨਪੁਟਸ ਆਈਆਂ ਹੋਈਆਂ ਨੇ ਤੇ ਬਹੁਤ ਸਾਰੀਆਂ ਧਮਕੀਆਂ ਪੰਨੂ ਵੱਲੋਂ ਦਿੱਤੀਆਂ ਗਈਆਂ ਨੇ, ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਜਿਹੜਾ ਦੱਸਿਆ ਜਾਂਦਾ ਆ। ਸੋ ਹਰ ਤਰੀਕੇ ਨਾਲ ਉਹਨਾਂ ਦੀ ਸੇਫਟੀ ਤੇ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖ ਕੇ ਚੀਜ਼ਾਂ ਨੂੰ ਪ੍ਰਾਇਰ ਰੱਖਿਆ ਜਾ ਰਿਹਾ। ਪਰ ਇਸ ਦਰਮਿਆਨ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਵੇ, ਜਦੋਂ ਉਹਨੂੰ ਹੀ ਧੱਕੇ ਪੈ ਜਾਣ ਤੇ ਫਿਰ ਉਸ ਤੋਂ ਬਾਅਦ ਉਹ ਫੁਟੇਜ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਏ ਤੇ ਇਹ ਗੱਲ ਜਿਹੜੀ ਆ ਉਹ ਛੋਟੀ ਨਹੀਂ ਆਂਕੀ ਜਾ ਸਕਦੀ ਹੈਗੀ। ਫਿਰ ਉਸ ਤੋਂ ਬਾਅਦ ਉਹ ਸ਼ਾਇਦ ਇਹ ਦੱਸਦੇ ਨੇ, ਕਿਉਂਕਿ ਸੁਣ ਨਹੀਂ ਰਿਹਾ ਵੀਡੀਓ ਦੇ ਵਿੱਚ, ਉਹ ਦੱਸਦੇ ਨੇ ਕਿ ਮੈਂ ਪ੍ਰਧਾਨ ਆ, ਮੈਂ ਕਾਂਗਰਸ ਦਾ ਪ੍ਰਧਾਨ ਆ, ਤੇ ਗੱਲ ਸੁਣੀ ਨਹੀਂ ਜਾਂਦੀ ਹੈਗੀ। ਉਸ ਤੋਂ ਬਾਅਦ ਕਿਸੇ ਤਰ੍ਹਾਂ ਦੁਬਾਰਾ ਉਹ ਤਾਲ ਨਾਲ ਤਾਲ ਮਿਲਾ ਕੇ ਤੁਰਨਾ ਸ਼ੁਰੂ ਕਰ ਦਿੰਦੇ ਆ। ਪਰ ਇੱਕ ਵਾਰੀ ਜਦੋਂ ਇਹ ਵੀਡੀਓ ਵਾਇਰਲ ਹੋਈ ਤੇ ਉਸ ਤੋਂ ਬਾਅਦ ਫਜ਼ੀਹਤ ਜਿਹੜੀ ਬਹੁਤ ਹੋ ਰਹੀ ਹੈਗੀ ਆ ਤੇ ਨਾਲ ਦੇ ਨਾਲ ਲੋਕ ਜਿਹੜੇ ਆ ਉਹ ਗੱਲਾਂ ਬਣਾ ਰਹੇ ਨੇ ਜੀ, ਲੋਕ ਗੱਲਾਂ ਬਣਾ ਰਹੇ ਨੇ ਕਿ ਦੇਖੋ ਆਪਣੇ ਪ੍ਰਧਾਨ ਦਾ ਇਹ ਹਾਲ ਆ ਤੇ ਬਾਕੀਆਂ ਦਾ ਕੀ ਹੋਏਗਾ। ਚਲੋ ਇਹ ਵੀਡੀਓ ਵਾਇਰਲ ਹੋ ਗਈ। ਇੱਕ ਹੋਰ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਹਰੀਸ਼ ਚੌਧਰੀ ਜਿਹੜੇ ਨੇ ਉਹ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਸਟੇਜ ਤੋਂ ਬੋਲ ਰਹੇ ਆ, ਐਲਾਨ ਰਹੇ ਆ, ਪ੍ਰਤਾਪ ਸਿੰਘ ਬਾਜਵਾ ਨਹੀਂ ਆ ਰਹੇ। ਰਵਨੀਤ ਬਿੱਟੂ ਐਲਾਨ ਰਹੇ ਆ, ਪ੍ਰਤਾਪ ਸਿੰਘ ਬਾਜਵਾ ਨਹੀਂ ਆ ਰਹੇ। ਰਾਹੁਲ ਗਾਂਧੀ ਕੋਲ ਖੜ ਗਏ, ਪ੍ਰਤਾਪ ਸਿੰਘ ਬਾਜਵਾ ਲੱਭ ਰਹੇ ਆ, ਪ੍ਰਤਾਪ ਸਿੰਘ ਬਾਜਵਾ ਨਹੀਂ ਆ ਰਹੇ। ਸੋ ਸਾਰੇ ਪੁੱਛ ਰਹੇ ਆ ਕਿ ਕੀ ਪ੍ਰਤਾਪ ਸਿੰਘ ਬਾਜਵਾ ਨਾਰਾਜ਼ ਨੇ। ਹਰ ਕਿਤੇ ਅੱਗ ਦੀ ਤਰ੍ਹਾਂ ਇਹ ਖਬਰ ਫੈਲ ਜਾਂਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਨਾਰਾਜ਼ ਨੇ, ਉਹ ਜਿਹੜੀ ਸੀਨੀਅਰ ਲੀਡਰਸ਼ਿਪ ਹੈਗੀ ਆ ਉਸ ਦੇ ਅੱਗੇ ਵੀ ਨਹੀਂ ਆ ਰਹੇ। ਸੋ ਇਹ ਖਬਰ ਜਿਹੜੀ ਹੈ ਧੜੱਲੇ ਨਾਲ ਧੜਾ ਇਹ ਖਬਰ ਜਿਹੜੀ ਆ ਉਹ ਫੈਲ ਜਾਂਦੀ ਹੈਗੀ ਆ। ਪਰ ਉਸ ਤੋਂ ਬਾਅਦ ਇੱਕ ਫੋਟੋ ਆਉਂਦੀ ਆ, ਹੱਥ 'ਚ ਹੱਥ ਫੜ ਕੇ ਪ੍ਰਤਾਪ ਸਿੰਘ ਬਾਜਵਾ ਨੇ, ਸਾਈਡ ਤੇ ਰਾਜਾ ਵੜਿੰਗ ਨੇ। ਉਸ ਤੋਂ ਬਾਅਦ ਇੱਕ ਹਾਸੇ ਵਾਲੀ ਫੋਟੋ ਆਉਂਦੀ ਹੈਗੀ ਆ, ਮੁਸਕਰਾਉਂਦਿਆਂ ਹੋਇਆ ਫੋਟੋ ਆਉਂਦੀ ਹੈ ਜਿਹੜੀ ਪ੍ਰਤਾਪ ਸਿੰਘ ਬਾਜਵਾ ਆਪਣੀ ਵਾਲ ਤੇ ਸ਼ੇਅਰ ਵੀ ਕਰਦੇ ਆ। ਸ਼ਾਇਦ ਜਿਹੜੀਆਂ ਕਿਆਸ ਸਰਾਈਆਂ ਲਗਾਈਆਂ ਜਾ ਰਹੀਆਂ ਉਸ ਨੂੰ ਫੁੱਲ ਸਟਾਪ ਦੇਣਾ ਚਾਹੁੰਦੇ ਰਹੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ। ਇਹ ਕੁਝ ਹੋਇਆ। ਫਿਰ ਇਹ ਤੇ ਹੋ ਗਈਆਂ ਜਿਹੜੀਆਂ ਅੱਜ ਦੀ ਯਾਤਰਾ ਦੀਆਂ ਕੰਟਰੋਵਰਸੀਜ਼। ਹੁਣ ਅੱਜ ਦੀ ਯਾਤਰਾ ਦੇ ਵਿੱਚ ਅਸਲ 'ਚ ਹੋਇਆ ਕੀ ਹੈ, ਕੀ ਕੁਝ ਹੋਇਆ, ਕਿਹੜੇ ਮੁੱਦੇ ਚੱਕੇ ਗਏ, ਕਿਹੜੀ ਗੱਲ ਕਹੀ ਗਈ। ਲੁਧਿਆਣਾ ਵਿੱਚ ਸੀ, ਮੈਨਚੈਸਟਰ ਦੇ ਵਿੱਚ ਸੀ ਤੇ ਇੱਥੇ ਕੀ ਕੁਝ ਹੋਇਆ ਇਹ ਤੁਹਾਨੂੰ ਦੱਸ ਦਿੰਦੇ ਆ। ਸੋ ਦੂਜੇ ਦਿਨ ਦੀ ਭਾਰਤ ਜੋੜੋ ਯਾਤਰਾ ਰਹੀ ਪੰਜਾਬ ਦੀ ਇਹ, ਤੇ ਲੁਧਿਆਣਾ ਦੇ ਸਮਰਾਲਾ ਚੌਕ ਤੇ ਖਤਮ ਹੋ ਗਈ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਮਦਦ ਕਰਨ ਵਾਲਿਆਂ ਦਾ ਰਾਜ ਹੈ, ਇੱਥੇ ਗੁਰੂਆਂ ਨੇ ਸਾਰਿਆਂ ਨੂੰ ਪਿਆਰ ਕਰਨਾ ਸਿਖਾਇਆ। ਤੇ ਇੰਡਸਟਰੀ ਤੇ ਫੋਕਸ ਕਰਦਿਆਂ ਹੋਏ ਰਾਹੁਲ ਨੇ ਕਿਹਾ ਕਿ ਲੁਧਿਆਣਾ ਨੂੰ ਨੋਟਬੰਦੀ ਤੇ ਗਲਤ GST ਨੇ ਸੱਟ ਪਹੁੰਚਾਈ ਹੈਗੀ ਆ। ਹੁਣ ਰਾਹੁਲ ਗਾਂਧੀ ਦਿੱਲੀ ਰਵਾਨਾ ਹੋ ਗਏ ਨੇ, ਲੋਹੜੀ ਕਰਕੇ ਕੱਲ ਨੂੰ ਕੋਈ ਪ੍ਰੋਗਰਾਮ ਨਹੀਂ ਹੋਏਗਾ। ਫਿਰ ਉਸ ਤੋਂ ਬਾਅਦ ਲੁਧਿਆਣਾ ਤੋਂ ਜਲੰਧਰ ਦੇ ਲਈ ਯਾਤਰਾ ਜਿਹੜੀ ਹੈ ਉਹ ਕੰਟੀਨਿਊ ਹੋਏਗੀ। ਸੋ ਜਿਹੜੀਆਂ 3 ਵੱਡੀਆਂ ਗੱਲਾਂ ਰਾਹੁਲ ਗਾਂਧੀ ਨੇ ਕਹੀਆਂ, ਤੁਹਾਨੂੰ ਮੈਂ ਰੋਜ਼ ਵੱਡੀਆਂ ਗੱਲਾਂ ਦੱਸਦੀ ਹਾਂ ਭਾਰਤ ਜੋੜੋ ਯਾਤਰਾ ਦੀਆਂ, ਅੱਜ 3 ਵੱਡੀਆਂ ਗੱਲਾਂ ਦੱਸਾਂਗੇ ਜੀ। ਰਾਹੁਲ ਗਾਂਧੀ ਨੇ ਲੁਧਿਆਣਾ ਵਿੱਚ ਸਮਾਲ ਸਕੇਲ ਇੰਡਸਟਰੀ ਨੂੰ ਫੋਕਸ ਕੀਤਾ ਤੇ ਕੇਂਦਰ ਤੇ ਉਹਨਾਂ ਨੇ ਸੱਟ ਕੀਤੀ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਨਾਨ ਪੋਲੀਟੀਕਲ ਹੈ ਪਰ ਕੇਂਦਰ ਤੇ ਸੱਟ ਕੀਤੀ ਜਾ ਰਹੀ ਹੈ। ਰਾਹੁਲ ਨੇ ਕਿਹਾ ਕਿ ਕੇਂਦਰ ਦਾ ਫੋਕਸ ਸਿਰਫ 2-3 ਘਰਾਣੇ ਨੇ, ਸਮਾਲ ਸਕੇਲ ਇੰਡਸਟਰੀ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਤੇ ਰਾਹੁਲ ਗਾਂਧੀ ਨੇ ਇਹ ਚੀਜ਼ ਕਹੀ ਕਿ ਜੇ ਲੁਧਿਆਣੇ 'ਚ ਚੀਜ਼ਾਂ ਵਧੀਆਂ ਹੋਣ ਤਾਂ ਉਹ ਚੀਨ ਦਾ ਮੁਕਾਬਲਾ ਕਰ ਸਕਦਾ ਹੈ। ਮੈਨਚੈਸਟਰ ਜਿਹੜਾ ਹੈ ਉਹ ਲੁਧਿਆਣੇ ਵਰਗਾ ਹੈ, ਨਾ ਕਿ ਲੁਧਿਆਣਾ ਮੈਨਚੈਸਟਰ ਵਰਗਾ ਹੈ। ਇਹ ਚੀਜ਼ ਉਹਨਾਂ ਨੇ ਅੱਜ ਆਪਣੇ ਭਾਸ਼ਣ ਦੇ ਵਿੱਚ ਕਹੀ ਹੈ। ਹੋਰ ਇਹ ਦੂਜੀ ਗੱਲ ਕਹੀ ਤੇ ਤੀਜੀ ਗੱਲ ਉਹਨਾਂ ਨੇ ਇਹ ਕਹੀ ਕਿ ਕੇਂਦਰ ਦੇਸ਼ ਵਿੱਚ ਡਰ, ਨਫ਼ਰਤ ਤੇ ਅਹਿੰਸਾ ਫੈਲਾ ਰਿਹਾ, ਧਰਮ ਨੂੰ ਦੂਜੇ ਧਰਮ ਨਾਲ, ਦੋਸਤ ਨੂੰ ਦੋਸਤ ਤੇ ਭਰਾ ਨੂੰ ਭਰਾ ਲੜਾ ਰਿਹਾ ਹੈ। ਤੇ ਇਸ ਨਫ਼ਰਤ ਦੇ ਵਿੱਚ ਉਹਨਾਂ ਨੇ ਮੁਹੱਬਤ ਦੀ ਦੁਕਾਨ ਖੋਲੀ ਹੈ। ਸੋ ਭਾਰਤ ਜੋੜੋ ਯਾਤਰਾ ਨੂੰ ਉਹਨਾਂ ਨੇ ਮੁਹੱਬਤ ਦੀ ਦੁਕਾਨ ਕਿਹਾ। ਰਾਹੁਲ ਦੇ ਨਾਲ ਰਾਜਾ ਵੜਿੰਗ ਸੀ, ਚਰਨਜੀਤ ਸਿੰਘ ਚੰਨੀ ਸੀ, ਰਵਨੀਤ ਬਿੱਟੂ ਸੀ, ਪ੍ਰਤਾਪ ਸਿੰਘ ਬਾਜਵਾ ਸੀ, ਸਾਰੇ ਲੀਡਰਸ ਜਿਹੜੇ ਉਹਨਾਂ ਨਾਲ ਨਜ਼ਰ ਆਏ। ਇੱਕ ਗੱਲ ਜਿਹੜੀ ਮੇਜਰ ਹੋਰ ਰਹਿ ਗਈ ਦੱਸਦੀ, ਜਿਹੜੀ ਕਿ ਮੈਂ ਭੁੱਲਣ ਵਾਲੀ ਸੀ, ਲੁਧਿਆਣਾ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਜਿਹੜੇ 84 ਪੀੜਤ ਲੋਕ ਸੀ, ਕਿਉਂਕਿ ਉਹ ਪ੍ਰੋਟੈਸਟ ਕਰ ਰਹੇ ਸੀ, ਉਹ ਪੁਤਲੇ ਫੂਕ ਰਹੇ ਸੀ। ਉਹ ਕੱਲ ਵੀ ਪੋਸਟਰਸ ਜਿਹੜੇ ਉਹ ਲੱਗੇ ਸੀ ਤੇ ਅੱਜ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਕਿ ਮਾਹੌਲ ਜਿਹੜਾ ਹੈ ਖਰਾਬ ਨਾ ਹੋਵੇ। ਸੋ ਸੂਚਨਾ ਦੇ ਅਨੁਸਾਰ ਦੰਗਾ ਪੀੜਤਾਂ ਦੀ ਜਿਹੜੀ ਵਸੀ ਕਲੋਨੀ ਹੈਗੀ ਹੈ CRP ਦੁਗਰੀ ਵਿੱਚ ਨਜ਼ਰਬੰਦ ਕੀਤਾ ਗਿਆ ਤੇ ਬੁੱਧਵਾਰ ਹੀ ਦੰਗਾ ਤੇ 1947 ਬਟਵਾਰੇ ਦੇ ਪੀੜਤਾਂ ਦਾ ਇੱਕ ਨੋਟ ਕਾਂਗਰਸ ਆਫਿਸ ਦੇ ਬਾਹਰ ਚਿਪਕਾਇਆ ਗਿਆ ਸੀ ਤੇ ਰੋਸ ਜ਼ਾਹਰ ਕੀਤਾ ਗਿਆ ਸੀ। ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਪਰ ਪ੍ਰੋਟੈਸਟ ਜਿਹੜੇ ਨੇ ਲੁਧਿਆਣਾ ਦੇ ਵਿੱਚ ਫਿਰ ਵੀ ਵੇਖਣ ਨੂੰ ਮਿਲੇ। ਸੋ ਖੁਸ਼ੀ ਵੀ ਰਹੀ, ਗਮ ਵੀ ਰਿਹਾ, ਵਿਰੋਧ ਵੀ ਰਿਹਾ, ਵੀਡੀਓਜ਼ ਵੀ ਵਾਇਰਲ ਹੋਈਆਂ, ਕੰਟਰੋਵਰਸੀ ਵੀ ਰਹੀ। ਕੁੱਲ ਮਿਲਾ ਕੇ ਕੱਲ ਤੇ ਛੁੱਟੀ ਹੋਏਗੀ ਭਾਰਤ ਜੋੜੋ ਯਾਤਰਾ ਦੀ, ਪਰ ਜਿਸ ਤਰ੍ਹਾਂ ਵੀ ਰਹੇ ਉਹੀ ਮੈਂ ਕੱਲ ਵਾਲੀ ਗੱਲ ਫਿਰ ਤੋਂ ਦੁਹਰਾਵਾਂਗੀ
कि यू कैन लव अस, यू कैन हेट अस, बट यू कैन नॉट इग्नोर अस। सो भारत जोड़ो यात्रा ਨੂੰ ਇਗਨੋਰ ਕਰਨਾ ਇਸ ਤਰ੍ਹਾਂ ਮੁਸ਼ਕਲ ਹੈਗਾ। ਸੋ ਯਾਤਰਾ ਨਾਲ ਜੁੜੀਆਂ ਬਥੇਰੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਯਾਤਰਾ ਜਿਹੜੀ ਰਹੀ। ਤੇ ਇਹ ਗੱਲ ਤੇ ਹੈਗੀ ਕਿ ਭੀੜ ਜੁਟਾ ਲਈ ਹੈ ਰਾਹੁਲ ਗਾਂਧੀ ਨੇ ਵੱਡੀ ਭੀੜ ਜੁਟਾ ਲਈ ਹੈ। ਤੇ ਇਸ ਭੀੜ ਦੇ ਵਿੱਚ ਹੋਰ ਕੀ ਕੁਝ ਨਾਲ ਹੋਰ ਲੋਕ ਜੁੜਦੇ ਨੇ, ਇਹ ਆਉਣ ਵਾਲੇ ਵਕਤ ਦੇ ਵਿੱਚ ਸਾਨੂੰ ਜਿਹੜੀ ਹੈ ਗੱਲ ਸਮਝ ਆਏਗੀ। ਦੂਜੀ ਜਿਹੜੀ ਖਬਰ ਹੈਗੀ ਹੈ ਜੀ ਉਹ ਚੰਡੀਗੜ੍ਹ ਦੇ ਨਾਲ ਤਾਲੁਕ ਰੱਖਦੀ ਹੈ। ਚੰਡੀਗੜ੍ਹ ਪੁਲਿਸ ਇੰਸਪੈਕਟਰ ਨੂੰ ਗੈਂਗਸਟਰਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈਗੀ ਹੈ। ਹਾਲਾਂਕਿ ਬਾਲ ਬਚੇ ਨੇ, ਉਹਨਾਂ ਤੇ ਫਾਇਰਿੰਗ ਕੀਤੀ ਹੈਗੀ ਹੈ। ਤੁਹਾਨੂੰ ਦੱਸ ਦਈਏ ਅਮਨਜੋਤ ਤੇ ਗੈਂਗਸਟਰ ਨੇ ਫਾਇਰਿੰਗ ਕੀਤੀ ਹੈ ਤੇ ਬਾਲ ਅਮਨਜੋਤ ਜਿਹੜੇ ਨੇ ਉਹ ਬਚੇ ਨੇ। ਤੇ ਅਜੇ ਸੂਚਨਾ ਫਿਲਹਾਲ ਤੱਕ ਦੀ ਸੂਚਨਾ, ਕਿਉਂਕਿ ਜੇ ਪੂਰੀ ਸੂਚਨਾ ਨਹੀਂ ਆਈ ਹੈ, ਫਿਲਹਾਲ ਤੱਕ ਦੀ ਸੂਚਨਾ ਸਾਨੂੰ ਇਹ ਦੱਸ ਰਹੀ ਹੈਗੀ ਆ ਕਿ ਇਹ ਅਮਨਜੋਤ ਜਿਹੜੇ ਨੇ ਇਹ ਲਾਰੈਂਸ ਬਿਸ਼ਨੋਈ ਤੋਂ ਵੀ ਪੁੱਛ ਗਿੱਛ ਕਰ ਚੁੱਕੇ ਨੇ। ਸੋ ਇਹਨਾਂ ਦਾ ਜਿਹੜੇ ਗੈਂਗਸਟਰ ਉਹਨਾਂ ਨੇ ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਭੱਜਣ ਦੀ, ਪਰ ਉਹ ਭੱਜ ਨਹੀਂ ਸਕੇ। ਪੁਲਿਸ ਨੇ ਉਹਨਾਂ ਨੂੰ ਫੜਿਆ, ਨਾਲ 2 ਪਿਸਤੌਲਾਂ ਵੀ ਬਰਾਮਦ ਕੀਤੀਆਂ ਨੇ। ਤੇ ਨਾਲ ਹੀ ਜਦੋਂ ਇਹ ਬਰਾਮਦਗੀ ਹੋਈ ਹੈਗੀ ਆ, ਹੁਣ ਪੁੱਛ ਪੜਤਾਲ ਹੋਏਗੀ ਕਿ ਇਹਨਾਂ ਦੇ ਲਿੰਕ ਜਿਹੜੇ ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜੀਆ ਕਿਸੇ ਵੀ ਅਜਿਹੇ ਗੈਂਗਸਟਰ ਨਾਲ ਜੁੜੇ ਹੋਏ ਨੇ ਜਾਂ ਇਹ ਉਹ ਬਦਮਾਸ਼ ਹੈਗੇ ਨੇ ਤੇ ਇਹਨਾਂ ਦਾ ਕਾਰਾ ਜਿਹੜਾ ਹੈ ਉਹ ਕੁਝ ਹੋਰ ਕਰਨਾ ਸੀ ਇਹਨਾਂ ਨੇ ਤੇ ਕੁਝ ਹੋਰ ਕਰ ਗਏ। ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਸ ਬਾਰੇ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਵਾਂਗੇ। ਸੋ ਫਿਰੋਜ਼ਪੁਰ ਦੇ 2 ਗੈਂਗਸਟਰ ਪਹਿਲਾਂ ਵੀ ਮਰਡਰ ਦੇ ਮਾਮਲੇ ਇਹਨਾਂ ਤੇ ਦਰਜ ਨੇ, ਇਹ ਖਬਰ ਸਾਹਮਣੇ ਆਈ ਹੈ ਜੀ। ਉਹਨਾਂ ਨੇ ਫਾਇਰਿੰਗ ਕੀਤੀ ਹੈ ਤੇ ਮੌਕੇ ਤੇ ਪੁਲਿਸ ਨੇ ਆਰੋਪੀਆਂ ਨੂੰ ਫੜਿਆ। ਇਹ ਗੈਂਗਸਟਰ ਜਿਹੜਾ ਗਗਨ ਗੈਂਗਸਟਰ ਆ ਉਹ ਸਹਿਯੋਗੀਆਂ ਤੇ ਉਹਦੇ ਸਹਿਯੋਗੀਆਂ ਨੂੰ ਫੜਿਆ ਹੈਗਾ। ਇਸ ਦੇ ਨਾਲ 2 ਪਿਸਟਲਸ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਨੇ। ਦੋਵੇਂ ਗੈਂਗਸਟਰ ਦਿਲਦੀਪ ਤੇ ਸ਼ਿਵਾ ਨੂੰ गिरफ्तार ਕੀਤਾ ਗਿਆ। ਸੋ ਦਿਲਦੀਪ ਤੇ ਸ਼ਿਵਾ ਇਹ 2 ਨਾਂ ਸਾਹਮਣੇ ਆਏ ਨੇ। ਇਹ 2 ਗੈਂਗਸਟਰਸ ਨੂੰ गिरफ्तार ਕੀਤਾ ਗਿਆ। ਕੋਸ਼ਿਸ਼ ਕੀਤੀ ਗਈ, ਪੁਲਿਸ ਤੇ ਫਾਇਰਿੰਗ ਕੀਤੀ ਗਈ। ਇੰਸਪੈਕਟਰ ਅਮਰਜੋਤ ਨੂੰ ਮਾਰਨ ਦੀ ਕੋਸ਼ਿਸ਼ ਸੀ ਸ਼ਾਇਦ, ਜਾਂ ਫਿਰ ਕੁਝ ਹੋਰ ਕਰਨਾ ਚਾਹੁੰਦੇ ਸੀ, ਪੁਲਿਸ ਦਾ ਕੁਝ ਹੋਰ ਮੋਟਿਵ ਸੀ। ਜਿਸ ਤਰ੍ਹਾਂ ਹੀ ਇਸ ਬਾਬਤ ਕੋਈ ਇਨਫੋਰਮੇਸ਼ਨ ਆਏਗੀ ਉਹ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਏਗੀ। ਹਾਂਜੀ, ਅਗਲੀ ਖਬਰ ਵੱਲ ਰੁਕ ਕਰਦੇ ਹਾਂ ਜੀ। ਤੇ ਅਗਲੀ ਖਬਰ ਜਿਹੜੀ ਹੈ ਉਹ ਖਬਰ ਦੇ ਵਿੱਚ 2 ਖੇਮੇ ਹੈਗੇ ਨੇ, 2 ਧਿਰਾਂ 'ਚ ਲੋਕ ਵੰਡੇ ਹੋਏ ਨੇ। ਈਵਨ ਜਿਹੜੇ ਸਿੱਖ ਵੀ ਹੈਗੇ ਆ ਉਹ ਵੀ 2 ਧਿਰਾਂ 'ਚ ਵੰਡੇ ਹੋਏ ਆ। ਹੁਣ ਹੈਲਮਟ ਜਿਹੜਾ ਹੈ ਉਹ ਜਿਵੇਂ ਅਸੀਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਟਰਬਨ ਪਾਈ ਹੁੰਦੀ ਹੈ, ਪ੍ਰੋਪਰ ਪੱਗ ਬੰਨੀ ਹੁੰਦੀ ਹੈਗੀ ਆ, ਦਸਤਾਰ ਸਜਾਈ ਹੁੰਦੀ ਹੈ, ਉਹਨਾਂ ਨੂੰ ਹੈਲਮਟ ਪਾਉਣ ਦੀ ਲੋੜ ਨਹੀਂ ਹੈ। ਪਰ ਹਾਂ, ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਜ਼ਰੂਰ ਕਿਹਾ ਜਾਂਦਾ ਹੈ ਕਿ ਤੁਸੀਂ ਹੈਲਮਟ ਜ਼ਰੂਰ ਪਾਓ। ਹਾਲਾਂਕਿ ਬਹੁਤ ਸਾਰੇ ਲੋਕ ਗੱਲ ਮੰਨਦੇ ਆ ਤੇ ਬਹੁਤ ਸਾਰੇ ਲੋਕ ਗੱਲ ਨਹੀਂ ਵੀ ਮੰਨਦੇ ਹੈਗੇ। ਹੁਣ ਇਹ ਮਾਮਲਾ ਜਿਹੜਾ ਹੈ ਹੈਲਮਟ ਵਾਲਾ ਅਕਸਰ ਵਿਵਾਦ 'ਚ ਰਹਿੰਦਾ। ਤੁਹਾਨੂੰ ਯਾਦ ਹੋਏਗਾ ਕਿ ਕੈਨੇਡਾ ਦੀ ਹੁਣ ਇੱਕ ਬੀਬੀ ਨੇ ਆਪਣੇ ਬੱਚਿਆਂ ਦੇ ਵਾਸਤੇ ਸਿੱਖ ਹੈਲਮਟਸ ਤਿਆਰ ਕੀਤੇ ਸਨ, ਇਹ ਕਹਿ ਕੇ ਕਿ ਮੈਂ ਮਾਰਕੀਟ 'ਚੋਂ ਬਹੁਤ ਸਾਰੇ ਕੁਝ ਸੇਫਟੀ ਚੀਜ਼ਾਂ ਦੇਖ ਲਈਆਂ ਸੇਫਟੀ ਦੀਆਂ, ਪਰ ਜਿਵੇਂ ਕਿਉਂਕਿ ਸਿੱਖ ਨੇ ਬੱਚੇ ਪਟਕਾ ਬੰਨਦੇ ਨੇ, ਉੱਪਰ ਜੂੜਾ ਆ ਤੇ ਉਹਨਾਂ ਦੇ ਸਾਈਜ਼ ਦੇ ਹੈਲਮਟਸ ਜਿਹੜੇ ਉਹ ਮਿਲਦੇ ਨਹੀਂ। ਸੋ ਉਸਨੇ ਆਪ ਹੀ ਡਿਜ਼ਾਈਨ ਕਰਵਾਏ ਹੈਲਮਟ ਆਪਣੇ ਬੱਚਿਆਂ ਦੇ ਵਾਸਤੇ ਤਾਂ ਕਿ ਆਪਣੇ ਬੱਚੇ ਜਿਹੜੇ ਨੇ ਉਹ ਸਿਕਿਉਰ ਹੋ ਸਕਣ। ਪਰ ਹੁਣ ਗੱਲ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਬਹੁਤ ਸਾਰੇ ਸਿੱਖ ਇਹ ਵੀ ਮੰਨਦੇ ਆ ਕਿ ਸਿੱਖਾਂ ਨੂੰ ਹੈਲਮਟ ਦੀ ਜ਼ਰੂਰਤ ਹੀ ਨਹੀਂ, ਕਿ ਉਹਨਾਂ ਨੇ ਜਿਹੜੀਆਂ ਜੰਗਾਂ ਜਿੱਤੀਆਂ ਨੇ ਉਹ ਵੀ ਦਸਤਾਰਾਂ ਨਾਲ ਜਿੱਤੀਆਂ ਨੇ ਤੇ ਉਹਨਾਂ ਨੂੰ ਹੈਲਮਟ ਦੀ ਲੋੜ ਹੀ ਨਹੀਂ। ਪਰ ਬਹੁਤ ਸਾਰੇ ਸਿੱਖ ਆ ਮੰਨਦੇ ਆ ਕਿ ਸੇਫਟੀ ਸਭ ਵਾਸਤੇ ਹੋਣੀ ਚਾਹੀਦੀ ਆ। ਸੇਫਟੀ ਜਿਹੜੀ ਹੈ ਉਹ ਕੌਮ ਨਾ ਦੇਖੇ, ਸੇਫਟੀ ਹਰ ਕਿਸੇ ਵਾਸਤੇ ਹੋਣੀ ਚਾਹੀਦੀ ਹੈ, ਬੀਟ ਸਿੱਖ, ਬੀਟ ਹਿੰਦੂ, ਬੀਟ ਮੁਸਲਮਾਨ, ਕੋਈ ਵੀ ਹੋਵੇ, ਸੇਫਟੀ ਸਭ ਵਾਸਤੇ ਹੋਣੀ ਚਾਹੀਦੀ ਹੈ। ਸੋ ਹਰ ਕਿਸੇ ਦਾ ਇਸ ਤੇ ਆਪਣਾ ਆਪਣਾ ਤਰਕ ਹੈ, ਹਰ ਕਿਸੇ ਦੇ ਇਸ ਤੇ ਆਪਣਾ ਆਪਣਾ ਕਮੈਂਟ ਹੈਗਾ। ਹੁਣ ਫੌਜੀਆਂ ਵਾਸਤੇ, ਸਿੱਖ ਫੌਜੀਆਂ ਵਾਸਤੇ ਕੇਂਦਰ ਸਰਕਾਰ ਸਪੈਸ਼ਲ ਹੈਲਮਟ, ਸਿੱਖ ਹੈਲਮਟਸ ਤਿਆਰ ਕਰਾਉਂਦੀ ਆ ਤੇ ਉਸ ਦਾ ਆਰਡਰ ਦਿੰਦੀ ਹੈਗੀ ਆ। ਪਰ ਇਸ ਤੇ ਹੁਣ ਵਰਜਨ ਆਇਆ ਹੈਗਾ, ਇਸ ਤੇ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਜੀ ਨਹੀਂ, ਇਹ ਗੱਲ ਹੈ, ਇਹ ਬਿਲਕੁਲ ਗਲਤ ਹੈਗੀ ਆ। ਹੈਲਮਟਸ ਜਿਹੜੇ ਨੇ ਉਹ ਨਹੀਂ ਹੋਣੇ ਚਾਹੀਦੇ ਹੈਗੇ। ਕੇਂਦਰ ਸਰਕਾਰ ਨੇ ਸਿੱਖ ਫੌਜੀਆਂ ਦੀ ਸੁਰੱਖਿਆ ਦੇ ਲਈ ਹੈਲਮਟ ਖਰੀਦਣ ਦਾ ਪਲਾਨ ਬਣਾਇਆ ਹੈ। ਇਸ ਲਈ ਕੇਂਦਰ ਸਰਕਾਰ ਨੇ ਆਰਡਰ ਵੀ ਦੇ ਦਿੱਤਾ ਹੈ। ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤੇ ਇਤਰਾਜ਼ ਜਤਾਇਆ। ਉਹਨਾਂ ਨੇ ਕਿਹਾ ਹੈ ਕਿ ਪਗੜੀ ਤੇ ਕੁਝ ਵੀ ਪਾਉਣਾ, यानी पग ते कुछ भी पाउणा सिख मर्यादा दे खिलाफ है, नहीं पाया जा सकता ते असी अपनी मर्यादा दे उल्ट नहीं चल सकते। ਇਹ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈਗਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਦੇ ਸਿਰ ਤੇ ਸਜੀ ਦਸਤਾਰ ਸਿਰਫ 5-6 ਮੀਟਰ ਦਾ ਕੱਪੜਾ ਨਹੀਂ ਹੈ,
ਇਹ ਉਹ ਤਾਜ ਹੈ ਜਿਸ ਨੂੰ ਗੁਰੂਆਂ ਨੇ ਉਹਨਾਂ ਨੂੰ ਪਹਿਨਾਇਆ ਹੈ। ਇਹ ਸਿੱਖਾਂ ਦੀ ਪਛਾਣ ਦਾ ਪ੍ਰਤੀਕ ਹੈ। ਇਸ ਪ੍ਰਤੀਕ ਤੇ ਕਿਸੇ ਤਰ੍ਹਾਂ ਦਾ ਟੋਪ ਪਹਿਨਣਾ ਸਿੱਖਾਂ ਦੀ ਪਛਾਣ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਸੋ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਇਸ ਨੂੰ ਸਿਕਿਉਰਿਟੀ ਨਾਲ ਜੋੜ ਕੇ ਨਹੀਂ ਦੇਖਦੇ। ਉਹ ਕਹਿੰਦੇ ਆ ਕਿ ਸਿੱਖਾਂ ਦੀ ਦਸਤਾਰ ਜਿਹੜੀ ਹੈ ਉਹੀ ਉਹਨਾਂ ਨੂੰ ਬਚਾਉਂਦੀ ਹੈਗੀ ਆ। ਅੱਗੇ ਤਰਕ ਜੇ ਇੱਥੇ ਖਤਮ ਨਹੀਂ ਹੋਇਆ, ਅੱਗੇ ਤਰਕ ਜਿਹੜਾ ਹੈ ਹੋਰ ਵੀ ਉਹ ਕਹਿੰਦੇ ਆ ਪੰਥ ਵਿੱਚ ਸਿੱਖ ਨੂੰ ਟੋਪੀ ਪਹਿਨਣਾ ਬਿਲਕੁਲ ਗਲਤ ਕਰਾਰ ਦਿੱਤਾ ਗਿਆ, ਰੋਕ ਦਿੱਤਾ ਗਿਆ ਇਸ ਨੂੰ, ਚਾਹੇ ਉਹ ਕੱਪੜੇ ਦੀ ਹੋਵੇ ਜਾਂ ਫਿਰ ਲੋਹੇ ਦੀ। ਦੂਜੇ ਵਿਸ਼ਵ ਯੁੱਧ 1965, 1962, 1971 ਦੀ ਜੰਗ ਵਿੱਚ ਸਿੱਖਾਂ ਨੇ ਦਸਤਾਰ ਸਜਾ ਕੇ ਹੀ ਆਪਣੀ ਬਹਾਦਰੀ ਦਿਖਾਈ ਸੀ। ਉਹਨਾਂ ਦਾ ਕਹਿਣਾ ਹੈ ਕਿ ਕੁਝ ਸੰਸਥਾਵਾਂ ਵੀ ਇਸ ਨੂੰ ਪ੍ਰਮੋਟ ਕਰ ਰਹੀਆਂ ਨੇ, ਜੋ ਕਿ ਮੰਦਭਾਗੀ ਗੱਲ ਹੈਗੀ ਆ। helmet.com ਇੱਕ ਵੈਬਸਾਈਟ ਬਣਾ ਦਿੱਤੀ ਗਈ ਹੈ ਜੋ ਸਿੱਖਾਂ ਵਿੱਚ ਹੈਲਮਟ ਪ੍ਰਮੋਟ ਕਰ ਰਹੀ ਹੈ। ਇਹ ਗਲਤ ਹੈ। ਸੋ ਇਸ ਨੂੰ ਕਮਰਸ਼ੀਅਲਾਈਜੇਸ਼ਨ ਨਾਲ ਜੋੜ ਰਹੇ ਨੇ। ਉਹ ਕਹਿੰਦੇ ਨੇ ਕਿ ਇਸ ਸਭ ਨੂੰ ਕਮਰਸ਼ੀਅਲਾਈਜ਼ ਕੀਤਾ ਜਾ ਰਿਹਾ ਹੈ, ਜਿਹੜੀ ਕਿ ਗੱਲ ਸਰਾਸਰ ਗਲਤ ਹੈਗੀ ਆ। ਅਜਿਹਾ ਕੁਝ ਵੀ ਨਹੀਂ ਹੋਣਾ ਚਾਹੀਦਾ। ਸੋ ਉਹਨਾਂ ਨੇ ਇਸ ਚੀਜ਼ ਤੇ ਪੂਰੀ ਤਰ੍ਹਾਂ ਦੇ ਨਾਲ ਇਤਰਾਜ਼ ਜਤਾਇਆ ਤੇ ਉਹ ਕਹਿ ਰਹੇ ਨੇ ਕਿ ਸਿੱਖਾਂ ਵਾਸਤੇ ਹੈਲਮਟ ਹੋਣੇ ਹੀ ਨਹੀਂ ਚਾਹੀਦੇ। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕਿੰਨੇ ਹੈਲਮਟ ਜਿਹੜੇ ਨੇ ਆਰਡਰ ਕੀਤੇ ਨੇ। ਕੇਂਦਰ ਸਰਕਾਰ ਨੇ ਸਿੱਖਾਂ ਦੇ ਲਈ 12,730 ਹੈਲਮਟ ਖਰੀਦਣ ਦੇ ਲਈ ਰਿਕੁਐਸਟ ਫॉर ਪ੍ਰਪੋਜ਼ਲ ਤਿਆਰ ਕੀਤਾ ਹੈ, ਜਿਨ੍ਹਾਂ ਵਿੱਚ 8,911 ਵੱਡੇ ਤੇ 3,819 एक्स्ट्रा लार्ज स्वदेशी हेलमेट खरीदण दा प्रपोजल है जी। दरअसल सिख सैनिक प्रैक्टिस के दौरान एक बुलेट प्रूफ पटका पाउंदे ने जो सिर दे एक हिस्से नूं ढकदा है, पर यह हेलमेट पूरे सिर नूं सुरक्षा देगा। सो केंद्र सरकार शायद अपने वालों सोच रही हैगी आ कि असीं सेफ्टी दे दांगे, पर ਉਹਨਾਂ ਨੂੰ ਜਿਹੜੇ ਧਾਰਮਿਕ ਗੁਰੂ ਹੈਗੇ ਨੇ, ਜਿਹੜੇ ਹੋਰ ਲੋਕ ਹੈਗੇ ਨੇ, ਉਹਨਾਂ ਨਾਲ ਕੰਸਲਟ ਕਰਨਾ ਜਿਹੜਾ ਹੈ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੱਥੇ ਮਾਮਲਾ ਜਦੋਂ ਧਰਮ ਵਾਲਾ ਹੋ ਜਾਂਦਾ ਹੈਗਾ, ਜਿਸ ਮਾਮਲੇ ਦੇ ਵਿੱਚ ਧਰਮ ਇਨਵੋਲਵ ਹੋ ਜਾਂਦਾ ਹੈਗਾ, ਜਿਸ ਮਾਮਲੇ ਦੇ ਵਿੱਚ ਸੈਂਸਿਟਿਵਿਟੀ ਹੁੰਦੀ ਹੈਗੀ, ਉਸ ਮਾਮਲੇ ਦੇ ਵਿੱਚ ਹਰ ਪਹਿਲੂ ਦੇਖਣਾ ਹੁੰਦਾ ਹੈ। ਕਿਉਂਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਅਸੀਂ ਧਰਮ ਨੂੰ, ਜਿੱਥੇ ਅਸੀਂ ਆਪਣੀਆਂ ਮਰਿਆਦਾਵਾਂ ਨੂੰ ਦਰਕਿਨਾਰ ਨਹੀਂ ਕਰ ਸਕਦੇ। ਸੋ ਕੋਈ ਵਿੱਚ ਦਾ ਰਸਤਾ ਜਿਹਦੇ ਨਾਲ ਕਿ ਧਰਮ ਨੂੰ ਵੀ ਠੇਸ ਨਾ ਪਹੁੰਚੇ, ਭਾਵਨਾਵਾਂ ਨੂੰ ਵੀ ਠੇਸ ਨਾ ਪਹੁੰਚੇ, ਤੇ ਜਿਸ ਦੇ ਨਾਲ ਸੇਫਟੀ ਵੀ ਰਹੇ, ਉਹ ਕੱਢਣਾ ਬਣਦਾ ਹੈਗਾ। ਹੁਣ ਅੱਗੇ ਇਸ ਤੇ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਰਹੇਗੀ। ਰੁਕ ਕਰਦੇ ਹਾਂ ਜੀ ਅਗਲੀ ਖਬਰ ਦਾ। ਨਾਭਾ ਤੋਂ ਇਹ ਖਬਰ ਹੈਗੀ ਆ ਤੇ ਇੱਥੇ ਘਰ ਵਾਲੀ ਇੰਸਟਾਗ੍ਰਾਮ ਦੇ ਉੱਤੇ ਇੱਕ ਐਪ ਦੇ ਉੱਤੇ ਕਿਸੇ ਦੇ ਨਾਲ ਗੱਲ ਕਰਦੀ ਸੀ। 7 ਮਹੀਨੇ ਤੋਂ ਗੱਲ ਕਰ ਰਹੀ ਸੀ ਕਿਸੇ ਬੰਦੇ ਦੇ ਨਾਲ, ਤੇ ਉਹ ਵਿਆਹੀ ਹੋਈ ਔਰਤ ਜਦੋਂ ਗੱਲ ਕਰ ਰਹੀ ਸੀ ਉਸ ਬੰਦੇ ਦੇ ਨਾਲ, ਉਸ ਬੰਦੇ ਦੇ ਇਸ਼ਕ ਵਿੱਚ ਪੈ ਜਾਂਦੀ ਹੈਗੀ ਆ, ਤੇ ਫਿਰ ਉਸ ਤੋਂ ਬਾਅਦ ਅੱਜ ਉਹ ਅਜਿਹੇ ਕਾਰੇ ਨੂੰ ਅੰਜਾਮ ਦਿੰਦੀ ਹੈ ਜਿਹੜਾ ਕੋਈ ਸੋਚ ਵੀ ਨਹੀਂ ਸਕਦਾ ਸੀ। ਉਸਨੇ ਕੀਤਾ ਕੀ? ਉਸਨੇ ਕੀਤਾ ਇਹ ਕਿ ਉਸਨੇ ਆਪਣੇ ਮਿੱਤਰਾਂ ਦੇ ਨਾਲ ਮਿਲ ਕੇ ਤੇ ਉਸ ਬੰਦੇ ਦੇ ਨਾਲ ਮਿਲ ਕੇ ਪਹਿਲਾਂ ਆਪਣੇ ਘਰ ਵਾਲੇ ਨੂੰ ਪਿਆਈ ਸ਼ਰਾਬ, ਫਿਰ ਉਸ ਤੋਂ ਬਾਅਦ ਉਸ ਦੇ ਗਲੇ ਤੇ ਟੱਕ ਵੀ ਮਿਲਿਆ, ਬਾਈਕ ਤੇ ਬਿਠਾ ਕੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ। ਸੋ ਇਹ ਘਟਨਾ ਨਾਭੇ ਤੋਂ ਸਾਹਮਣੇ ਆਈ ਹੈ। ਉਸ ਨੂੰ ਮਾਰ ਦਿੱਤਾ, ਆਪਣੇ ਪਤੀ ਨੂੰ ਮਾਰ ਦਿੱਤਾ, ਤੇ ਹੁਣ ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਨੇ। ਉਹ ਔਰਤ ਹਿਰਾਸਤ ਦੇ ਵਿੱਚ ਲਈ ਹੈ, ਬਾਕੀ ਬੰਦੇ ਜਿਹੜੇ ਨੇ ਉਹ ਹਿਰਾਸਤ ਦੇ ਵਿੱਚ ਲਏ ਨੇ। ਸੋ ਨਾਭਾ ਦਾ ਇਹ ਮਾਮਲਾ ਸਾਹਮਣੇ ਆਇਆ। ਇੰਸਟਾਗ੍ਰਾਮ ਰਾਹੀਂ ਕਿਸ ਤਰ੍ਹਾਂ ਦੇ ਨਾਲ ਇੱਕ ਐਪ ਰਾਹੀਂ ਮਿਲਦੀ ਹੈ, 7 ਮਹੀਨੇ ਆਸ਼ਕੀ ਚੱਲਦੀ ਹੈ, ਤੇ ਆਸ਼ਕੀ ਚੱਲਣ ਦੇ ਬਾਅਦ ਇਹ ਇਸ ਕਾਰੇ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈਗਾ। ਬ੍ਰੇਨ ਵਾਸ਼ ਹੋ ਜਾਂਦਾ ਹੈ, ਵਿਆਹ ਤੋਂ ਖੁਸ਼ ਨਹੀਂ, ਜਾਂ ਤਰੀਕਾ ਜਿਹੜਾ ਮਰਜ਼ੀ ਹੋਵੇ, ਕਾਰਨ ਜਿਹੜਾ ਮਰਜ਼ੀ ਹੋਵੇ, ਪਰ ਇਹ ਤਰੀਕਾ ਜਿਹੜਾ ਹੈ ਕਿਸੇ ਵੀ ਤਰੀਕੇ ਦੇ ਨਾਲ ਅਸੈਪਟੇਬਲ ਨਹੀਂ ਹੋ ਸਕਦਾ, ਕਿਸੇ ਦੀ ਜਾਨ ਲੈ ਲੈਣ ਵਾਲਾ। ਸੋ ਅਜਿਹੇ ਵਿੱਚ ਇਹ ਹੁਣ ਜਦੋਂ ਥਾਣੇ ਦੇ ਵਿੱਚ ਖੜੇ ਨੇ, ਇਹਨਾਂ ਦੇ ਚਿਹਰੇ ਦੇ ਉੱਤੇ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਡਰੇ ਹੋਏ ਨੇ। ਜਿਹੜੀ ਤਸਵੀਰਾਂ ਅਸੀਂ ਦੇਖੀਆਂ ਨੇ, ਇਹਨਾਂ ਦੇ ਡਰੇ ਹੋਈ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਨੇ। ਰਿਸ਼ਤੇ ਖਤਮ ਕਰ ਚੁੱਕੇ ਨੇ। ਜਿਹੜਾ ਜਿਸ ਨੂੰ ਮਾਰਨਾ ਸੀ ਉਹ ਤਾਂ ਮਰ ਗਿਆ, ਪਰ ਉਸ ਤੋਂ ਬਾਅਦ ਹੁਣ ਇਹ ਜਿਉਂਦਿਆਂ ਜੀ ਮਰੀ ਜਾਣਗੇ, ਕਿਉਂਕਿ ਜ਼ਿੰਦਗੀ ਤੇ ਇਹਨਾਂ ਦੀ ਸਲਾਖਾਂ ਦੇ ਪਿੱਛੇ ਹੀ ਬੀਤਣੀ ਹੈਗੀ ਆ। ਨਾ ਰਿਹਾ ਇਸ਼ਕ, ਨਾ ਰਿਹਾ ਪਤੀ, ਨਾ ਰਿਹਾ ਕੋਈ ਰਿਸ਼ਤਾ, ਨਾ ਰਹੀ ਕੋਈ ਇੱਜ਼ਤ, ਤੇ ਉਸ ਤੋਂ ਬਾਅਦ ਜੋ ਉਸ ਕਾਰੇ ਨੂੰ ਅੰਜਾਮ ਦਿੱਤਾ ਹੈ ਉਹ ਤੇ ਫਿਰ ਅਸੀਂ ਕੀ ਗੱਲ ਕਰੀਏ ਉਸ ਬਾਰੇ ਕਿ ਇਹ ਤੁਹਾਡੇ ਸਭ ਦੇ ਸਾਹਮਣੇ ਹੀ ਹੈ ਜੋ ਤੁਹਾਨੂੰ ਅਸੀਂ ਦੱਸਿਆ ਹੈਗਾ। ਅਗਲੀ ਖਬਰ ਦਾ ਰੁਖ ਕਰਨਾ ਹੈ ਤੇ ਇਹ ਖਬਰ ਜੀ ਬਹੁਤ ਵੱਡੀ ਖਬਰ ਹੈ। ਇਹ ਖਬਰ ਪਾਕਿਸਤਾਨੀ ਅੰਬੈਸੀ ਦੇ ਨਾਲ ਲਿੰਕ ਰੱਖਦੀ ਹੋਈ ਹੈ ਤੇ ਇੱਕ ਲੀਡਿੰਗ ਨਿਊਜ਼ਪੇਪਰ ਹੈ ਦੈਨਿਕ ਭਾਸਕਰ, ਇਹ ਉਸ ਦੀ ਖਬਰ ਹੈਗੀ ਆ, ਇਹ ਉਹਨਾਂ ਦੀ ਰਿਪੋਰਟ ਹੈਗੀ ਆ ਤੇ ਉਹਨਾਂ ਦਾ ਦਾਵਾ ਹੈਗਾ, ਇਹ ਜੋ ਵੀ ਇਸ ਦੇ ਵਿੱਚ ਹੈ। ਤੇ ਇਹ ਸੁਣ ਕੇ ਸਭ ਦੇ ਲੂ ਕੰਡੇ ਖੜੇ ਹੋ ਜਾਣਗੇ, ਸਭ ਦੇ ਹੋਸ਼ ਜਿਹੜੇ ਨੇ ਉਹ ਫਾਕਤਾ ਹੋ ਜਾਣਗੇ।
जाणगे। ਇਹ ਖਬਰ ਕੀ ਕਹਿੰਦੀ ਹੈ ਤੁਹਾਨੂੰ ਇਸ ਖਬਰ ਬਾਰੇ ਦੱਸ ਦਿੰਦੇ ਆ। ਪੰਜਾਬ ਵਿੱਚ ਇੱਕ ਯੂਨੀਵਰਸਿਟੀ ਪ੍ਰੋਫੈਸਰ ਨੇ, ਅਸੀਂ ਯੂਨੀਵਰਸਿਟੀ ਦਾ ਨਾਮ ਜਿਹੜਾ ਹੈ ਉਹ ਨਹੀਂ ਲਵਾਂਗੇ, ਪੰਜਾਬ ਵਿੱਚ ਇੱਕ ਯੂਨੀਵਰਸਿਟੀ ਪ੍ਰੋਫੈਸਰ ਨੇ ਪ੍ਰਧਾਨ ਮੰਤਰੀ ਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਉਸ ਦੇ ਨਾਲ ਹੋਏ ਮਾੜੇ ਵਤੀਰੇ ਦੀ ਸ਼ਿਕਾਇਤ ਕੀਤੀ ਹੈ। ਤੇ ਸਿਰਫ ਮਾੜਾ ਵਤੀਰਾ ਨਹੀਂ ਹੈ, ਇਹ ਗੰਦਾ ਵਤੀਰਾ ਵੀ ਹੈ। पीड़ित प्रोफेसर ने इल्जाम लाया है कि पाकिस्तान हाई कमीशन ने कर्मचारी ने वीजा देने के बदले उस दे नाल शरीरक संबंध बनाने दी गल कही है कि जे पाकिस्तानी वीजा चाहिए ते मेरे नाल शरीरक संबंध बना। ਇਹ ਖਬਰ ਸਾਹਮਣੇ ਆਈ ਹੈ ਤੇ ਜਦੋਂ ਉਸਨੇ ਇਨਕਾਰ ਕੀਤਾ ਤਾਂ ਗੈਰ ਸ਼ਾਦੀशुदा यानी गैर ਵਿਆਹੇ ਹੋਏ ਇਕੱਲੇ ਪਾਕ ਜਾਣ ਦੀ ਮੰਗ ਕਰਨ ਤੇ ਜ਼ਲੀਲ ਕੀਤਾ। ਉਹਨੇ ਕਿਹਾ ਤੂੰ ਕੱਲੀ ਪਾਕਿਸਤਾਨ ਚੱਲੀ ਹੈ, ਕਿਸੇ ਦੇ ਨਾਲ ਨਹੀਂ ਚੱਲੀ, ਕੋਈ ਮਰਦ ਤੇਰੇ ਨਾਲ ਨਹੀਂ ਹੈ, ਇਹਦਾ ਮਤਲਬ ਤੂੰ ਫਾਸਟ ਹੈ, ਇਹਦਾ ਮਤਲਬ ਤੇਰਾ ਕੈਰੈਕਟਰ ਖਰਾਬ ਹੈ। ਇਹ ਗੱਲ ਜਿਹੜੀ ਹੈ ਇਹ ਉਸ ਨੂੰ ਕਹੀ ਗਈ ਹੈਗੀ ਆ, ਉਸ ਪ੍ਰੋਫੈਸਰ ਨੂੰ ਕਹੀ ਹੈ। ਉਸ ਦੀ ਗਲਤੀ ਕੀ ਹੈ ਕਿ ਉਸ ਨੂੰ ਵੀਜ਼ਾ ਚਾਹੀਦਾ, ਉਸ ਦੀ ਗਲਤੀ ਕੀ ਹੈ ਕਿ ਉਹ ਜੋ ਕਰਨ ਲਈ ਕਹਿ ਰਹੇ ਨੇ ਉਹ ਨਹੀਂ ਕਰ ਰਹੇ, ਜੋ ਕਰਨ ਲਈ ਕਹਿ ਰਹੇ ਨੇ ਉਹ ਲੇਡੀ ਪ੍ਰੋਫੈਸਰ ਉਸ ਚੀਜ਼ ਨੂੰ ਮਨਾ ਕਰ ਰਹੀ ਹੈ, ਤਾਂ ਕਰਕੇ ਉਸ ਨੂੰ ਜ਼ਲੀਲ ਕੀਤਾ ਗਿਆ। ਪੀੜਤ ਪ੍ਰੋਫੈਸਰ ਨੇ ਇਸ ਅਖਬਾਰ ਨੂੰ ਦੱਸਿਆ ਕਿ ਘਟਨਾ 15 ਮਾਰਚ 2022 ਦੀ ਹੈ ਜੀ। ਉਹਨਾਂ ਨੇ ਪਾਕ ਵੀਜ਼ੇ ਦੇ ਲਈ ਆਨਲਾਈਨ ਆਪਣੀ ਐਪਲੀਕੇਸ਼ਨ ਦਿੱਤੀ ਸੀਗੀ ਜੀ। ਜਦੋਂ ਉਹ ਹਾਈ ਕਮਿਸ਼ਨ ਵਿੱਚ ਵੀਜ਼ੇ ਦੇ ਲਈ ਗਈ ਤਾਂ ਪਹਿਲਾਂ ਉਸ ਨੂੰ ਮਨਾ ਕਰ ਦਿੱਤਾ ਗਿਆ। ਜਦੋਂ ਪਰਤਨ ਵਾਲੀ ਸੀ ਤਾਂ ਪਾਕ ਉੱਚ ਆਯੋਗ ਦਾ ਇੱਕ ਮੁਲਾਜ਼ਮ ਜਿਹੜਾ ਉਹਨਾਂ ਕੋਲ ਆਇਆ, ਵੀਜ਼ੇ ਦੇ ਲਈ ਉਸ ਨੂੰ ਕੁਝ ਦੇਰ ਬਿਠਾਇਆ, ਫਿਰ ਇੰਟਰਵਿਊ ਦੇ ਨਾਂ ਤੇ ਉਸ ਨੂੰ ਕਹਿੰਦੇ ਵੀ ਇਹ ਔਰਤ ਕਹਿ ਰਹੀ ਹੈ ਇਸ ਅਖਬਾਰ ਨੂੰ ਕਿ ਮੈਨੂੰ ਦੂਜੇ ਕਮਰੇ ਦੇ ਵਿੱਚ ਲੈ ਕੇ ਜਾਇਆ ਗਿਆ। ਉਸ ਤੋਂ ਬਾਅਦ 45 ਮਿੰਟ ਤੱਕ ਉਸ ਕਰਮਚਾਰੀ ਨੇ ਉਸ ਦੇ ਨਾਲ ਅਸ਼ਲੀਲ ਗੱਲਾਂ ਕੀਤੀਆਂ, ਉਸ ਦੇ ਨਾਲ ਅਸ਼ਲੀਲ ਗੱਲਾਂ ਕੀਤੀਆਂ। ਉਸਨੇ ਉਸ ਦੇ ਨਾਲ ਸੰਬੰਧ ਬਣਾਉਣ ਤੇ ਜ਼ੋਰ ਪਾਇਆ। ਇੰਨਾ ਹੀ ਨਹੀਂ, ਸਰੀਰਕ ਸੰਬੰਧ ਦੇ ਲਈ ਕੁਝ ਘੰਟਿਆਂ ਦੇ ਲਈ ਵਿਆਹ ਕਰਨ, ਕੁਝ ਘੰਟਿਆਂ ਦੇ ਵਿੱਚ ਹੀ ਵਿਆਹ ਦਾ ਵੀ ਪ੍ਰਪੋਜ਼ਲ ਦੇ ਦਿੱਤਾ ਕਿ ਵੀ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ। ਸੋ ਅਜਿਹਾ ਕੁਝ, ਇੰਨਾ ਕੁਝ ਹੋਇਆ। ਜਦੋਂ ਪੀੜਤ ਪ੍ਰੋਫੈਸਰ ਨੇ ਉਸ ਨੂੰ ਜ਼ਲੀਲ ਕਰ, ਜਦੋਂ ਪੀੜਤ ਪ੍ਰੋਫੈਸਰ ਨੇ ਮਨਾ ਕਰ ਦਿੱਤਾ ਤੇ ਇਹਨਾਂ ਲੋਕਾਂ ਨੇ ਉਸ ਨੂੰ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਉਸ ਵਕਤ ਕਰਮਚਾਰੀ ਦੀ ਹਰ ਗੱਲ ਦੇ ਲਈ ਮਨਾ ਕੀਤਾ ਤੇ ਉਸਨੇ ਜ਼ਲੀਲ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਕਹਿੰਦੇ ਤੂੰ ਪਾਕਿਸਤਾਨ ਕੱਲੀ ਚੱਲੀ ਹੈ। ਉਹ ਕਹਿੰਦੇ ਫਾਸਟ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਪਾਕਿਸਤਾਨ ਦੇ ਵਿੱਚ ਬਿਨਾਂ ਮਰਦ ਦੇ ਜਾਂਦੀਆਂ ਨੇ। ਅਜਿਹਾ ਕੁਝ ਜਿਹੜਾ ਹੈ ਉਹ ਕਿਹਾ ਗਿਆ। ਸੋ ਕਮਰੇ ਦੇ ਵਿੱਚ 45 ਮਿੰਟ ਲਗਾਤਾਰ ਅਸ਼ਲੀਲ ਗੱਲਾਂ ਕਰਨ ਦੇ ਇਲਜ਼ਾਮ ਲਾਏ, ਗੱਲ ਤੇ ਹੱਥ ਫੜਨ ਦੇ ਇਲਜ਼ਾਮ ਲਾਏ, ਸਰੀਰਕ ਸੰਬੰਧ ਦੇ ਲਈ ਕਿਹਾ ਗਿਆ ਇਹ ਇਲਜ਼ਾਮ ਲਾਏ। ਕੁਝ ਘੰਟਿਆਂ ਦੇ ਵਿੱਚ ਵਿਆਹ ਦਾ ਪ੍ਰਪੋਜ਼ਲ ਦਿੱਤਾ ਗਿਆ, ਇਹ ਇਲਜ਼ਾਮ ਲਾਏ। ਕਸ਼ਮੀਰ ਅਤੇ ਪ੍ਰਧਾਨ ਮੰਤਰੀ ਤੇ ਆਰਟੀਕਲ ਲਿਖਣ ਦੀ ਵੀ ਪੇਸ਼ਕਸ਼ ਕੀਤੀ। ਹੋਰ ਛੱਡੋ, ਪ੍ਰੋਫੈਸਰ ਹੈ, ਪੇਸ਼ਕਸ਼ ਕੀਤੀ ਤੂੰ ਕਸ਼ਮੀਰ ਤੇ ਆਰਟੀਕਲ ਲਿਖ, ਤੂੰ ਪ੍ਰਧਾਨ ਮੰਤਰੀ ਮੋਦੀ ਤੇ ਆਰਟੀਕਲ ਲਿਖ। ਸੋ ਕੁਝ ਦੇਰ ਬਾਅਦ ਕਮਰੇ ਵਿੱਚ ਦੂਜਾ ਮੁਲਾਜ਼ਮ ਵੀ ਆ ਗਿਆ। ਸਿਰਫ ਇੱਕ ਦੀ ਖੇਡ ਨਹੀਂ ਹੈਗੀ ਇੱਥੇ, ਦੂਜੇ ਦੀ ਖੇਡ ਵੀ ਸਾਹਮਣੇ ਆਏਗੀ। ਕੁਝ ਦੇਰ ਬਾਅਦ ਕਮਰੇ ਵਿੱਚ ਦੂਜਾ ਮੁਲਾਜ਼ਮ ਸਾਹਮਣੇ ਆਇਆ। ਉਸਨੇ ਉਸ ਨੂੰ ਕਸ਼ਮੀਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਟੀਕਲ ਪੋਸਟ ਕਰਨ ਨੂੰ ਕਿਹਾ। ਇਸ ਪ੍ਰੋਫੈਸਰ ਨੂੰ ਕਿਹਾ ਤੂੰ ਆਰਟੀਕਲ ਪੋਸਟ ਕਰ। ਉਸਨੇ ਇਸ ਦੇ ਲਈ ਮੋਟੇ ਪੈਸੇ ਵੀ ਆਫਰ ਕੀਤੇ ਕਿ ਅਸੀਂ ਤੁਹਾਨੂੰ ਇਸ ਬਾਬਤ ਮੋਟੇ ਪੈਸੇ ਦੇਵਾਂਗੇ, ਪਰ ਉਸਨੇ ਮਨਾ ਕਰ ਦਿੱਤਾ। ਫਿਰ ਇੱਥੇ ਹੀ ਖੇਡ ਖਤਮ ਨਹੀਂ ਹੋ ਜਾਂਦੀ। WhatsApp ਤੇ ਲਗਾਤਾਰ ਅਸ਼ਲੀਲ ਮੈਸੇਜ ਕੀਤੇ ਜਾਂਦੇ ਨੇ, ਲਗਾਤਾਰ WhatsApp ਤੇ ਅਸ਼ਲੀਲ ਮੈਸੇਜ ਕੀਤੇ ਜਾਂਦੇ ਨੇ ਤੇ ਇੱਕ ਰਾਤ ਦੇ ਲਈ ਬੁਲਾਇਆ ਜਾਂਦਾ ਹੈ। ਵਾਰ-ਵਾਰ ਕਿਹਾ ਜਾਂਦਾ ਹੈ ਕਿ ਇੱਕ ਰਾਤ ਆ ਤੇ ਸਾਡੇ ਨਾਲ ਬਿਤਾ। ਸੋ ਪਾਕਿਸਤਾਨ ਦੀ ਹੋਇਆ, ਕਿਸੇ ਨੇ ਪਾਕਿਸਤਾਨ ਕਿਉਂ ਜਾਣਾ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਾਕਿਸਤਾਨ ਦੇ ਇਬਟਾਬਾਦ ਦੀ ਯੂਨੀਵਰਸਿਟੀ ਵਿੱਚ ਇਸਨੇ ਲੈਕਚਰ ਦੇਣਾ ਸੀ। ਪੀੜਤ ਪ੍ਰੋਫੈਸਰ ਨੇ ਜਾਣਕਾਰੀ ਦਿੱਤੀ ਕਿ ਇੱਕ ਦੋਸਤ ਹੈਗੀ ਆ ਪ੍ਰੋਫੈਸਰ, ਉਹਨੇ ਐਬਟਾਬਾਦ ਯੂਨੀਵਰਸਿਟੀ ਦੇ ਵਿੱਚ ਲੈਕਚਰ ਦੇਣਾ ਸੀ, ਇਸ ਕਰਕੇ ਬੁਲਾਇਆ ਸੀ। ਤੇ ਜਦੋਂ ਉਸਨੇ ਲੈਕਚਰ ਦੇਣਾ ਸੀ ਤਾਂ ਉਸਨੇ ਜਾਣਾ ਸੀ। ਜਿਹੜੀਆਂ ਤਰੀਕਾਂ ਨੇ ਉਹ ਹੈਗੀਆਂ ਨੇ 19 ਤੋਂ 25 2022 ਨੂੰ ਵੀਜ਼ਾ ਦੀ ਉਸਨੇ ਇਸ ਦਰਮਿਆਨ ਮੰਗ ਕੀਤੀ ਸੀ। ਸੋ ਪੀੜਤ ਪ੍ਰੋਫੈਸਰ ਨੇ ਦੱਸਿਆ ਕਿ ਮਾਰਚ ਵਿੱਚ WhatsApp ਮੈਸੇਜ ਦਾ ਸਬੂਤ ਲੈ ਕੇ ਉਸਨੇ ਪਾਕਿਸਤਾਨ ਹਾਈ ਕਮਿਸ਼ਨ, ਪਾਕ ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤਾਂ ਭੇਜੀਆਂ, ਪਰ ਕੋਈ ਜਵਾਬ ਨਹੀਂ ਆਇਆ। ਤੇ ਵੱਡੀ ਗੱਲ ਪਤਾ ਕੀ ਹੈ ਕਿ ਇੰਡੀਆ ਦੇ ਵਿੱਚ ਵੀ ਇੰਡੀਅਨ ਐਮਬੈਸੀ ਨੂੰ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਤੇ ਇਲਜ਼ਾਮ ਇਹ ਕਹਿੰਦੇ ਨੇ ਕਿ ਉਹਨਾਂ ਨੇ ਵੀ ਅੱਗੋਂ ਕੁਝ ਨਹੀਂ ਕੀਤਾ। ਉਹਨਾਂ ਨੇ ਵੀ ਅੱਗੋਂ ਇਹ ਗੱਲ ਜਿਹੜੀ ਹੈ ਉਹ ਇਗਨੋਰ ਕਰ ਦਿੱਤੀ, ਉਹਨਾਂ ਨੇ ਵੀ ਅੱਗੋਂ ਕੁਝ ਨਹੀਂ ਕੀਤਾ। ਸੋ ਅਜਿਹੇ ਵਿੱਚ ਇਹ ਇਲਜ਼ਾਮ ਲਾ ਕੇ ਇਹ ਲੇਡੀ ਪ੍ਰੋਫੈਸਰ ਜਿਹੜੀ ਹੈ ਇਹ ਸਾਹਮਣੇ ਆ ਰਹੀ ਹੈ ਤੇ ਇਹ ਕਹਿ ਰਹੀ ਹੈ ਕਿ ਮੈਨੂੰ ਇਸ ਬਾਬਤ ਇਨਸਾਫ ਜਿਹੜਾ ਹੈ ਉਹ ਚਾਹੀਦਾ ਹੈਗਾ। ਸੋ ਅਜਿਹੇ ਵਿੱਚ ਹੁਣ
एक पूरी दी पूरी एक गल असीं तुहानूं दस्सी हैगी आ, किस तरह दे विच तुहानूं दस्सिआ कि ਇਹ ਭਾਰਤ ਦੀ ਗੱਲ ਹੈ, ਪਾਕ ਅੰਬੈਸੀ ਜਿਹੜੀ ਹੈ ਉਹ ਇਸ ਦੇ ਵਿੱਚ ਸ਼ਾਮਲ ਹੈਗੀ ਆ ਤੇ ਜਦੋਂ ਉਸ ਦੀ ਸ਼ਮੂਲੀਅਤ ਦੀ ਗੱਲ ਸਾਹਮਣੇ ਆਉਂਦੀ ਆ ਤੇ ਇਹ ਗੱਲ ਜ਼ਾਹਰ ਤੌਰ ਤੇ ਬਥੇਰੀ ਵੱਡੀ ਹੋ ਜਾਂਦੀ ਹੈ, ਕਿਉਂਕਿ ਔਰਤ ਦੇ ਨਾਲ ਲਿੰਕ ਰੱਖਦੀ ਹੋਈ ਗੱਲ ਹੈ, ਔਰਤ ਦੀ ਡਿਗਨਿਟੀ ਦੇ ਨਾਲ, ਔਰਤ ਦੀ ਇੱਜ਼ਤ ਦੇ ਨਾਲ ਲਿੰਕ ਰੱਖਦੀ ਹੋਈ ਗੱਲ ਹੈ, ਇਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਸੋ ਇੱਕ ਖਬਰ ਦਾ ਰੁਖ ਕਰਾਂਗੇ। ਇਹ ਖਬਰ ਨੇ ਤਾਂ ਚਲੋ ਮਨ ਖਰਾਬ ਕੀਤਾ, ਪਰ ਇੱਕ ਖਬਰ ਜਿਹੜੀ ਹੈ ਜਿਹੜਾ ਕਿ ਮਨ ਖੁਸ਼ ਕਰੇਗੀ उस खबर की गल करते हैं। असीं कल तुहानूं खबर दिखाई सी एक दिन पहला कि किस तरह दरबार साहब दे कोल जिहड़ा विरासती मार्ग हैगा, उस विरासती मार्ग ते वो बंदा जिहड़ा है एक नशे दे विच झूमदा होया नजर आया सी। फिर कुछ लोगों ने उसनूं इदां फड़ के ते बाहर कढिया सी। फिर उस तो पहले तुसीं देखिया सी कि दरबार साहब दे कोल कुछ लोगों ने धंधा बना लिया सी कि होटल ऑफर करते सन ते नाल कहंदे सन कि होटल च रुकोगे ते नाल तुहानूं कुड़ियां भी दवावांगे सोहणियां सोहणियां। उन्होंने भी एक बारी अमृतसर दा पंजाब दा नां जिहड़ा है खराब कराया सी। फिर उस तो पहले जदों पंजाब दा नां बदनाम होया उदों जदों कि वो जिहड़ा बंदा रोंदा सड़क ते बैठ के ड्राइवर ते कहंदे कि भी इहो जे थोड़ी हुंदे पंजाबी जिहड़ा कि मेरा एक्सीडेंट तक नहीं देखिया ते मेरे सेब वगैरह सारा कुछ जड़े लुट के चले गए, उन्होंने सेबा दियां पेटियां नजर आईयां, उन्होंने मैं नजर नहीं आया। सो उस बंदे ने भी एक बारी ये सारी दुनिया दे विच पहुंचा दिता सी कि पंजाबी जड़े वो सही नहीं। पर देन फिर पंजाबियां ने ही उसकी मदद की तां उसने ये गल कही कि मैं पंजाबियां बारे गलत सी। चलो वो अखां ते खुल गईयां, पर जो पंजाबियां ने भी कीता वो भी गल जड़ी है वो सही नहीं निकली। सो अजिहे विच हुण इस बंदे ने एक रुमाल वेचण वाला बंदा हैगा जी, रुमाल वेचण वाला बंदा वो की कर गया तुहानूं असीं दसदे हां। विरासती मार्ग हैगा जिहड़ा दरबार साहब दा, उत्थे किसी दा एंड्रॉयड फोन जिहड़ा है वो डिग जांदा ते जदों एंड्रॉयड फोन वो डिगदा ते इस रुमाल वाले दे हत्थ लग जाता। किसी श्रद्धालु का मत्था टेकन आया होना, उसका एक फोन जिहड़ा कोई महंगा फोन वो डिग गया थले, वो मुद्दा पै गया ते इस रुमाल बेच के जिहड़ा अपने परिवार का गुजर बसर करदा गुजारा करदा, उसने की कीता कि उसने चक्या फोन चक्या, कोड लग्या होया सी। अजकल सारे फोनां नूं कोड ला के रखते हैं। सो कोड लग्या होया सी ते कोड लग्या तो कहंदा मैं कॉल किस तरह करा। सो उसने इंतजार किया, समझदारी वरती, उसने इंतजार किया कि मैनू किसी दी कॉल शायद इस बाबत आ जाएगी ते मैं ये फोन वापस कर देवांगा। ते उही होया, एक औरत का फोन आंदा हैगा, जिस बंदे का फोन डिग्गिया सी उसकी पत्नी का फोन आंदा, फोन करदी हैगी आ, वो फोन ते गल हुंदी है ते वो कहंदा फोन मेरे कोल है ते वो भी बड़ी खुश हुंदी है जदों उसनूं वापस वो फोन मिल जाता है। ते ये गल जिहड़ी है पूरी दी पूरी वायरल हो जाती है। सो अजिही दुनिया भी मौजूद है जिहड़ी कि चंगी आ, जिहड़ी कि ईमानदारी दे राह ते चलदी आ, ते अजिही दुनिया भी मौजूद है जिहड़ी कि बदनामी च कोई कसर नहीं छड्डदे। सो इदां दे हुंदे ने पंजाबी, इदां दे हुंदे ने पंजाब दे लोक जिहड़े किसे नाल धोखा करना, धोखा कमाउणा पाप समझदे ने। ते जिहड़ी गुरु नगरी हैगी आ दरबार साहब दे बिल्कुल कोल जिहड़ा इस बंदे ने पुन्न खट्टिया हैगा, इसनूं अंदाजा भी नहीं होना है ना। सो अजिहे विच ये इंसानियत ही है जिन्हें साडे सब नूं जिउंदा रखिया होया। अज दियां खबरां दे विच ते इन्ना ही, पर कुछ दिन रह गए, एक दो दिन रह गए, शायद कल दा दिन ही होवा मैं तुहाडे नाल ते उस तो बाद ना होवां, या वध तो वध एक अद्धा होर दिन। वैसे लगदा नहीं, मैनूं लगदा कि कल विल बी द लास्ट डे, बट देन फिर कल लोहड़ी भी हैगी आ इत्थे पंजाब दे विच, कल लोहड़ी मनाउणी हैगी आ। पर शो जरूर होएगा, इदां नहीं कि शो नहीं होगा, शो पक्का होके रहेगा। ते जदों असी ये शो करदे हैगे आ लगातार करते रवांगे ਤਾਂ इन्ना जरूर कहने हैगे कि वो मोमेंटो जड़ा है वो टुटन नहीं दिता जाएगा। मैनीपाल साहब जो दोबारा इंडिया आउणगे कुछ दिन थानू मेरे नाल फिर तो रूबरू होण दा, साडे एक दूजे नू नाल रूबरू होण दा मौका जड़ा है जरूर मिलेगा। बाकी कॉमेंट्स दे विच तुसी जड़ा भी प्यार दिंदे हो, जिहड़ी भी गल लिखदे हो, जिहड़ी भी गल ते फोकस रहिंदे हो, प्लीज़ तुसी जरूर क्या करो, शिकायत हुंदी हो भी क्या करो, क्योंकि यही प्रोग्राम दा जस्ट हैगा। क्योंकि इस तरह दे कैमरा है अगे, वन वे कॉन्वरसेशन इस टाइम हैगी आ, मैं गल कर रही हूँ, मेरे मन च जरूर है कि मैं तुहाडे नाल गल कर रही हूँ, पर तुसी अजे फिलहाल मैनूं सुन नहीं पा रहे। प्रोग्राम जो अपलोड आपां करना, फिर उस तो बाद तुसी कॉमेंट्स दे विच गल्लां दसदियां, ये बनदी है टू वे कॉन्वरसेशन। तुसी मैनूं कोई गल कहनी, कोई सुझाव देना, मैं अगली बार उसनूं अमल च लैके आउणा, तुहाडी सत श्री अकाल दा जवाब सत श्री अकाल च देना। एक एक कॉमेंट जिहड़ा है वो बैनीपाल साहब आप ही पढ़ते हैं ते मैं भी पढ़दी हाँ। सो याद आऊगी तुहाडी, पर इन्नी गल जरूर आ कि जिन्ना भी राबता रहा बहुत सोहना रहा। उम्मीद है कि छेती मुलाकात होएगी। अपना बहुत 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 ध्यान रखो। सत श्री अकाल।